परम ਗਿਆਨੀ ਛੋਟੇ ਬੱਚੇ ਵਰਗਾ ਹੋ ਜਾਂਦਾ ਹੈ। ਅਕਾਰਨ ਹੀ ਅੰਦਰੋਂ ਖੁਸ਼ ਹੈ, ਜਿਵੇਂ ਛੋਟਾ ਬੱਚਾ ਹੈ। ਉਹਦੇ ਕੋਲ ਕੁਛ ਵੀ ਨਹੀਂ ਹੈ, ਕੋਈ ਨਾ ਉਹਦੇ ਜ਼ਮੀਨ ਨਹੀਂ ਹੈ, ਜਾਇਦਾਦ ਨਹੀਂ ਹੈ, ਘਰ ਨਹੀਂ ਹੈ, ਕਦੇ ਨਾਂ ਹੀ ਨਹੀਂ ਹੈ ਉਹਦਾ। ਫਿਰ ਵੀ ਉਹ ਖੁਸ਼ ਹੈ। ਫਿਰ ਕਿਸੇ ਕਾਰਨ ਕਰਕੇ ਖੁਸ਼ ਨਹੀਂ ਹੈ। ਤੁਸੀਂ ਖੁਸ਼ੀ ਵਾਸਤੇ ਵੀ ਕਾਰਨ ਲੱਭਦੇ ਹੋ। ਕੋਈ ਕਾਰਨ ਹੋਵੇ ਤਾਂ ਖੁਸ਼ ਹੁੰਦਾ ਹੈ ਆਦਮੀ। ਕੋਈ ਮਨੋਰੰਜਨ ਦਾ ਪ੍ਰੋਗਰਾਮ ਦੇਖਦਾ ਹੈ, ਕੋਈ ਗੀਤ ਸੰਗੀਤ ਸੁਣਦਾ ਹੈ, ਕੋਈ ਨਕਲਾਂ, ਕੋਈ ਡਰਾਮਾ। ਤੁਸੀਂ ਕੋਈ ਕਾਰਨ ਲੱਭਦੇ ਹੋ ਖੁਸ਼ ਹੋਣ ਵਾਸਤੇ। ਇਸ ਕਰਕੇ ਅਕਾਰਨ ਕੋਈ ਖੁਸ਼ ਹੋਵੇ ਨਾ, ਤੁਸੀਂ ਉਹਨੂੰ ਮੂਰਖ ਸਮਝਦੇ ਹੋ। ਵੀ ਇਕੱਲਾ ਹੀ ਹੱਸੀ ਜਾਵੇ, ਤੁਸੀਂ ਕਹੋਗੇ ਪਾਗਲ ਹੈ। ਕਿਉਂਕਿ ਤੁਸੀਂ ਸੋਚਦੇ ਹੋ ਇਕੱਲਾ ਬੰਦਾ ਇਕਾਂਤ 'ਚ ਬੈਠ ਕੇ ਹੱਸ ਕਿਵੇਂ ਸਕਦਾ। ਤੁਸੀਂ ਸੋਚੋ, ਕੁਛ ਵੀ ਕੋਲ ਨਹੀਂ ਹੈ, ਨੰਗ ਧੜੰਗ ਬੈਠਾ ਹੋਇਆ ਹੈ ਸੰਸਾਰ ਤੋਂ ਹਟ ਕੇ, ਤੋ ਕਿਵੇਂ ਖੁਸ਼ ਹੋ ਸਕਦਾ ਹੈ। ਤੁਹਾਡੀ ਕਲਪਨਾ 'ਚੋਂ ਵੀ ਬਾਹਰ ਹੈ ਨਾ। ਤੁਸੀਂ ਠੀਕ ਹੀ ਸੋਚਦੇ ਹੋ ਵੀ ਉਹ ਹੱਸ ਕਿਵੇਂ ਸਕਦਾ ਹੈ। ਅਤੇ ਕੋਈ ਇਕੱਲਾ ਬੰਦਾ ਹੱਸ ਰਿਹਾ ਹੋਵੇ, ਖੁਸ਼ ਹੋਵੇ, ਆਨੰਦਿਤ ਹੋਵੇ, ਜਿਹਦੇ ਕੋਲ ਕੁਛ ਵੀ ਨਾ ਹੋਵੇ, ਤੁਸੀਂ ਮੂੜ ਸਮਝੋਗੇ। ਜ਼ਿਆਦਾਤਰ ਬ੍ਰਹਮ ਗਿਆਨੀਆਂ ਨੂੰ ਲੋਕਾਂ ਨੇ ਪਾਗਲ ਵੀ ਸਮਝਿਆ ਹੈ। ਜਦੋਂ ਹੁੰਦੇ ਹਨ ਉਦੋਂ ਤਾਂ ਇੱਦਾਂ ਹੀ ਸਮਝਦੇ ਹਨ। ਕੋਈ ਕਹੇ ਪੂਤਨਾ, ਕੋ ਕਹੇ ਬੇਤਾਲਾ, ਕੋਈ ਕਹੇ ਆਦਮੀ ਨਾਨਕ ਵਿਚਾਰਾ ਬੈਠਾ ਹੋਇਆ ਬਾਹਰ ਉਜਾੜ 'ਚ। ਕੀ ਕਹੋਗੇ ਇਹਨੂੰ? ਤੇ ਦੁਨੀਆ 'ਚ ਆਓ, ਇੱਥੇ ਮਜ਼ਾ ਹੈ। ਅਤੇ ਲੋਕ ਨੱਚਦੇ ਹਨ, ਭੁੜਕਦੇ ਹਨ, ਖੁਸ਼ ਹੋਣ ਵਾਸਤੇ ਬੜੇ ਯਤਨ ਕਰਦੇ ਹਨ। ਕਈ ਖੁਸ਼ ਹੋਣ ਵਾਸਤੇ, ਹੱਸਣ ਵਾਸਤੇ, ਪਰ ਇੰਨੇ ਯਤਨ ਕਰਨ ਦੇ ਬਾਵਜੂਦ ਵੀ ਅੰਦਰੋਂ ਖੁਸ਼ੀ ਤਾਂ ਨਹੀਂ ਆਉਂਦੀ। ਦੁੱਖ ਭੁੱਲ ਜਾਂਦਾ ਹੈ ਜਦੋਂ ਕਲੱਬਾਂ ਦੇ ਵਿੱਚ ਲੋਕ ਨੱਚਦੇ ਭੁੜਕਦੇ ਹਨ। ਅਤੇ ਉਦੋਂ ਸੰਸਾਰ ਭੁੱਲ ਜਾਂਦਾ ਹੈ, ਦੁੱਖ ਭੁੱਲ ਜਾਂਦਾ। ਕੁਛ ਚਿਰ ਵਾਸਤੇ ਆਦਮੀ ਖੁਸ਼ ਹੋ ਲੈਂਦਾ, ਮਨੋਰੰਜਨ ਹੋ ਜਾਂਦਾ। ਪਰ ਤੁਸੀਂ ਖੁਸ਼ ਹੁੰਦੇ ਹੋ ਅਗਰ ਤੁਹਾਨੂੰ ਕੁਛ ਮਿਲ ਰਿਹਾ ਹੋਵੇ ਬਾਹਰੋਂ, ਜਾਂ ਮਨੋਕਾਮਨਾ ਕੋਈ ਪੂਰਨ ਹੋ ਰਹੀ ਹੋਵੇ। ਧਨ ਪਦਾਰਥ ਮਿਲ ਜਾਵੇ, ਕੁਛ ਮਿਲ ਜਾਵੇ ਬਾਹਰ, ਉਹ ਤੁਹਾਨੂੰ ਖੁਸ਼ੀ ਦਿੰਦਾ ਹੈ। ਕਿਸੇ ਕਾਰਨ ਕਰਕੇ ਤੁਸੀਂ ਖੁਸ਼ ਹੁੰਦੇ ਹੋ, ਸੰਸਾਰਿਕ ਲੋਕ। ਅਤੇ ਕਾਰਨ ਨਾ ਹੋਵੇ ਅਤੇ ਦੁਖੀ ਹੋ ਜਾਂਦੇ ਹੋ, ਜਾਂ ਮਨ ਦੀ ਇੱਛਾ ਦੇ ਮੁਤਾਬਕ ਕੁਛ ਨਾ ਹੋ ਰਿਹਾ ਹੋਵੇ ਤਾਂ ਦੁਖੀ ਹੋ ਜਾਂਦੇ ਹੋ। ਮਨੋਰੰਜਨ ਦਾ ਭਾਵ ਵੀ ਇਹੋ ਹੀ ਹੁੰਦਾ ਹੈ। ਮਨ ਜੋ ਚਾਹੁੰਦਾ ਹੈ ਉਹ ਹੋ ਰਿਹਾ ਹੋਵੇ, ਜਿਸ ਤਰ੍ਹਾਂ ਦਾ ਚਾਹੁੰਦਾ ਹੈ ਵੈਸਾ ਹੋ ਰਿਹਾ ਹੋਵੇ, ਤਾਂ ਮਨ ਖੁਸ਼ ਹੋ ਜਾਂਦਾ। ਜਿਵੇਂ ਕੱਲ੍ਹ ਹੀ ਕਹਿ ਰਹੇ ਸੀ ਨਾ ਵੀ ਧਾਰਮਿਕ ਉਪਦੇਸ਼ ਵੀ ਲੋਕ ਮਨੋਰੰਜਨ ਵਾਸਤੇ ਪੜ੍ਹਦੇ ਹਨ, ਗਾਉਂਦੇ ਹਨ। ਵੀ ਥੋੜ੍ਹੀ ਦੇਰ ਵਾਸਤੇ ਸੰਸਾਰ ਭੁੱਲ ਜਾਂਦਾ ਹੈ, ਆਦਮੀ ਸੁਣਦਾ ਹੈ ਅਤੇ ਕਹਿੰਦਾ ਹਾ ਬੜਾ ਮਜ਼ਾ ਆਇਆ। ਮਜ਼ਾ ਕਿਹਨੂੰ ਆਇਆ? ਮਨ ਨੂੰ। ਮਨ ਖੁਸ਼ ਹੋ ਗਿਆ, ਥੋੜ੍ਹੀ ਦੇਰ ਵਾਸਤੇ ਸੰਸਾਰ ਭੁੱਲ ਗਿਆ। ਜਿਵੇਂ ਕਈ ਨਸ਼ਾ ਕਰ ਲੈਂਦੇ ਆ, ਸੰਸਾਰ ਭੁੱਲ ਗਿਆ, ਕੁਛ ਚਿਰ ਵਾਸਤੇ ਮਜ਼ਾ ਆਇਆ। ਮਜ਼ਾ ਹੁਣ ਨਸ਼ੇ ਦੇ ਵਿੱਚ ਕੀ ਹੈ? ਉਹਦੇ ਵਿੱਚ ਤਾਂ ਬੇਹੋਸ਼ੀ ਹੈ। ਮਜ਼ਾ ਸੰਸਾਰ ਨੂੰ ਭੁੱਲਣ ਦਾ ਹੀ। ਅਤੇ ਤੁਸੀਂ ਕੋਸ਼ਿਸ਼ ਕਰਕੇ ਬਾਹਰੋਂ ਸੰਸਾਰ ਨੂੰ ਭੁੱਲਦੇ ਹੋ, ਅਤੇ ਸਦਾ ਵਾਸਤੇ ਤਾਂ ਭੁੱਲਦਾ ਨਹੀਂ। ਜਦੋਂ ਫਿਰ ਹੋਸ਼ ਆਉਂਦੀ ਹੈ, ਮਨੋਰੰਜਨ ਤੋਂ ਬਾਹਰ ਆਉਂਦੇ ਹੋ, ਫਿਰ ਸੰਸਾਰ ਦੀਆਂ ਉਹ ਸਮੱਸਿਆਵਾਂ ਚੇਤੇ ਆਉਂਦੀਆਂ। ਫਿਰ ਸੰਸਾਰ ਖਿਆਲ ਵਿੱਚ ਆ ਜਾਂਦਾ ਹੈ, ਫਿਰ ਦੁਖੀ ਹੋ ਜਾਂਦੇ ਹੋ।
ਤੇ ਬ੍ਰਹਮ ਗਿਆਨੀ ਦੀ ਸਥਿਤੀ ਜਿਹੜੀ ਹੈ ਨਾ ਉਹ ਬਿਲਕੁਲ ਤੁਹਾਡੇ ਤੋਂ ਭਿੰਨ ਹੈ। ਉਹ ਅਕਾਰਨ ਹੀ ਆਨੰਦਿਤ ਹੈ, ਕਿਉਂਕਿ ਆਨੰਦ ਆਪਣਾ ਸੁਭਾਵ ਹੈ। ਕਹਿ ਦਈਏ ਚੇਤਨਾ ਦਾ ਸੁਭਾਅ ਹੈ, ਪ੍ਰਮਾਤਮਾ ਦਾ ਸੁਭਾਅ ਹੈ। ਪ੍ਰਮਾਤਮਾ ਨੂੰ ਕਿਹਾ ਵੀ ਹੈ ਨਾ ਸੱਚ ਚਿੱਤ ਆਨੰਦ, ਉਹਦਾ ਸੁਭਾਵ ਹੈ। ਸੰਸਾਰ ਦਾ ਸੁਭਾਵ ਹੈ ਸੁੱਖ ਦੁੱਖ। ਤੇ ਸੰਸਾਰ ਦੇ ਨਾਲ ਜੁੜੇ ਹੋਏ ਆ ਤੇ ਕਦੀ ਤੁਹਾਨੂੰ ਖੁਸ਼ੀ ਮਿਲੇਗੀ, ਕਦੀ ਗਮ, ਕਹਿੰਦੇ ਕਦੀ ਖੁਸ਼ੀ ਕਦੀ ਗਮ। ਇਹੋ ਹੀ ਹੈ ਸੰਸਾਰ ਦਾ ਕੰਮ। ਤੇ ਸਦਾ ਖੁਸ਼ ਨਹੀਂ ਰਹਿ ਸਕਦੇ। ਕੋਸ਼ਿਸ਼ ਬਹੁਤ ਕਰਦੇ ਹਨ ਲੋਕ, ਆ ਮੈਸੇਜ ਵੀ ਕਰਦੇ ਰਹਿਣਗੇ, ਖੁਸ਼ ਰਹਿਣ ਦੇ ਉਪਾਅ ਵੀ ਦੱਸਦੇ ਰਹਿਣਗੇ। ਖੁਸ਼ ਰਹਿਣਾ ਚਾਹੀਦਾ ਹੈ, ਪ੍ਰਸੰਨ ਰਹਿਣਾ ਚਾਹੀਦਾ। ਕੋਸ਼ਿਸ਼ ਕੀਤਿਆਂ ਕਿਵੇਂ ਰਹੋਗੇ? ਪਰੇਸ਼ਾਨੀਆਂ, ਦੁੱਖ ਤਕਲੀਫਾਂ ਇੱਥੇ ਸਭ ਕੁਛ ਆਵੇਗਾ। ਬਿਮਾਰੀਆਂ ਵੀ ਆਉਣਗੀਆਂ, ਮੌਤ ਵੀ ਆਵੇਗੀ। ਕੋਸ਼ਿਸ਼ ਕੀਤਿਆਂ ਥੋੜ੍ਹੀ ਖੁਸ਼ ਹੋ ਜਾਓਗੇ ਤੁਸੀਂ ਸੰਸਾਰ 'ਚ, ਸੁਖੀ ਰਹੋਗੇ। ਇਹੋ ਹੀ ਤਾਂ ਸੰਸਾਰੀ ਆਦਮੀ ਕਰ ਰਿਹਾ ਹੈ, ਸੁਖੀ ਰਹਿਣ ਦੀ ਕੋਸ਼ਿਸ਼। ਅਤੇ ਜਿੰਨੀ ਕੋਸ਼ਿਸ਼ ਕਰਦਾ ਹੈ ਅਤੇ ਦੂਸਰਾ ਪੱਖ ਵੀ ਦੁੱਖ ਦਾ ਵੀ ਨਾਲ ਨਾਲ ਚੱਲ ਰਿਹਾ ਹੈ, ਉਹ ਵੀ ਆਉਂਦਾ ਹੈ। ਸੁੱਖ ਮੰਗ ਤੇ ਦੁੱਖ ਆਗ ਲਿਆਵੇ। ਸੁੱਖ ਮੰਗਦਾ ਹੈ, ਖੁਸ਼ੀ ਮੰਗਦਾ ਹੈ, ਅਤੇ ਪਿੱਛੇ ਦੁੱਖ ਵੀ ਆਉਂਦਾ। ਹਾਸਾ ਮੰਗਦਾ ਹੈ, ਰੋਣਾ ਵੀ ਆਉਂਦਾ। ਉਹ ਕਿੱਧਰ ਜਾਵੇਗਾ? ਅਤੇ ਸੰਸਾਰ ਦੇ ਵਿੱਚ ਤਾਂ ਦੋਵੇਂ ਚੱਲਦੇ ਰਹਿਣਗੇ, ਸੁੱਖ ਦੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ। ਇਹ ਸੰਸਾਰ ਦੇ ਵਿੱਚ ਸਦਾ ਖੁਸ਼ੀ ਨਹੀਂ ਰਹਿ ਸਕਦੀ। ਫਿਰ ਸੰਸਾਰੀ ਆਦਮੀ ਸੋਚਦਾ ਹੈ ਵੀ ਜਿਹੜਾ ਸੰਸਾਰ ਤੋਂ ਹਟ ਗਿਆ ਹੈ, ਸੰਸਾਰ ਨੂੰ ਨਾਸ਼ਵਾਨ ਸਮਝਦਾ ਹੈ, ਝੂਠ ਸਮਝਦਾ ਵੀ ਉਹ ਤਾਂ ਦੁਖੀ ਹੋਵੇਗਾ, ਤਦੇ ਹੀ ਹਟਿਆ ਹੈ, ਨਿਰਾਸ਼ ਹੋਵੇਗਾ। ਜਿਵੇਂ ਤੁਸੀਂ ਸੋਚਦੇ ਹੋ ਨਾ ਵੀ ਜਿਹੜਾ ਸਫਲ ਹੋ ਜਾਂਦਾ ਸੰਸਾਰ 'ਚ ਉਹ ਬੜਾ ਖੁਸ਼ ਹੁੰਦਾ। ਖੁਸ਼ ਦੇਖਦੇ ਹੋ ਤੁਸੀਂ ਬਾਹਰੋਂ, ਲੋਕਾਂ ਨੂੰ ਬਾਹਰੋਂ ਖੁਸ਼ ਦੇਖਦੇ ਹੋ ਤੁਸੀਂ। ਬਾਹਰੋਂ ਤਾਂ ਸਾਰੇ ਹੀ ਪਖੰਡ ਕਰ ਰਹੇ ਹਨ। ਤੁਸੀਂ ਦੇਖਿਆ ਹੈ, ਆਪ ਵੀ ਦੇਖਿਆ, ਤੁਸੀਂ ਤਜਰਬਾ ਤੁਹਾਨੂੰ ਸਾਰਿਆਂ ਨੂੰ ਹੋਵੇਗਾ। ਗ੍ਰਸਤੀ ਹੋ ਜ਼ਿਆਦਾਤਰ, ਤੁਸੀਂ ਘਰ ਦੇ ਵਿੱਚ ਦੁਖੀ ਹੋ, ਪਰੇਸ਼ਾਨ ਹੋ। ਕੋਈ ਰਿਸ਼ਤੇਦਾਰ ਆ ਜਾਵੇ ਤਾਂ ਖਿੜਖੜਾ ਕੇ ਹੱਸਣ ਲੱਗ ਜਾਂਦੇ। ਉਹ ਵੀ ਸੋਚਦਾ ਬੜੇ ਪ੍ਰਸੰਨ ਹੋਣਗੇ। ਦੇਖੋ ਤੁਸੀਂ ਬਾਹਰ ਨਿਕਲਦੇ ਹੋ ਘਰੋਂ ਬੜੇ ਤਿਆਰ ਵਿਆਰ ਹੋ ਕੇ, ਹੈ ਤੁਹਾਨੂੰ ਜਾਂਦੇ ਦੇਖੇ ਕੋਈ ਤੇ ਆਖੋਗਾ ਬੜਾ ਪ੍ਰੇਮ ਹੈ, ਬੜੇ ਖੁਸ਼ ਹਨ। ਅਤੇ ਖੁਸ਼ੀ ਤੁਸੀਂ ਜ਼ਾਹਰ ਵੀ ਕਰਦੇ ਹੋ। ਦੂਸਰੇ ਨੂੰ ਮਿਲਦੇ ਵਕਤ ਬੜਾ ਹੱਸਦੇ ਹੋ। ਅਤੇ ਤੁਸੀਂ ਸੋਚੋ ਅੰਦਰੋਂ ਤੁਹਾਨੂੰ ਖੁਸ਼ੀ ਆਉਂਦੀ? ਦਿਖਾਵਾ ਹੀ ਕਰਦੇ ਹੋ। ਦਿਖਾਵਾ ਕਰਦੇ ਕਰਦੇ ਹੀ ਨਾ ਆਦਮੀ ਬਹੁਤ ਅਨੁਭਵੀ ਹੋ ਜਾਂਦਾ ਹੈ। ਜਿਵੇਂ ਇਹ ਕਲਾਕਾਰ ਹਨ ਨਾ, ਕਲਾਕਾਰ ਕਹਿੰਦੇ ਹਨ ਵੀ ਨਾਟਕ ਕਰਦੇ ਕਰਦੇ, ਡਰਾਮਾ ਕਰਦੇ ਕਰਦੇ ਨਾ, ਉਹ ਡਰਾਮਾ ਕਈ ਵਾਰ ਉਹਨਾਂ ਦਾ ਬਾਹਰ ਸੰਸਾਰ ਦੇ ਵਿੱਚ ਵੀ ਚੱਲਦਾ ਹੈ। ਸਾਰੇ ਹੀ ਕਲਾਕਾਰ ਹਨ, ਹਰ ਇੱਕ ਆਦਮੀ ਕਲਾਕਾਰ ਹੈ। ਜਿਵੇਂ ਕਲਾਕਾਰ ਅੰਦਰੋਂ ਭਾਵੇਂ ਦੁਖੀ ਹੋਵੇ, ਬਾਹਰੋਂ ਹੱਸ ਕੇ ਦਿਖਾਲਦਾ ਹੈ, ਖੁਸ਼ ਹੁੰਦਾ ਹੈ। ਹੁਣ ਜ਼ਰੂਰੀ ਨਹੀਂ ਹੈ ਵੀ ਉਹ ਅੰਦਰੋਂ ਵੀ ਖੁਸ਼ ਹੋਵੇ, ਪਰ ਬਾਹਰੋਂ ਤੁਹਾਨੂੰ ਦਿਖਾਲਦਾ ਹੈ ਬੜਾ ਖੁਸ਼ ਹੈ। ਇੱਦਾਂ ਹੀ ਸੰਸਾਰੀ ਆਦਮੀ ਬੜਾ ਕਲਾਕਾਰ ਹੈ। ਜੋ ਤੁਸੀਂ ਬਾਹਰੋਂ ਦਿਖਾਲਦੇ ਹੋ, ਵਾਸਤਵਿਕ ਥੋੜ੍ਹੀ ਅੰਦਰੋਂ ਹੋ। ਜ਼ਿਆਦਾਤਰ ਲੋਕ ਪ੍ਰਗਟ ਕਰਦੇ ਹਨ ਹਾਸਾ, ਖੁਸ਼ੀ, ਦੂਸਰਿਆਂ ਨੂੰ ਦਿਖਾਉਂਦੇ ਹਨ, ਚੜਾਉਂਦੇ ਹਨ। ਦੇਖੋ ਅਸੀਂ ਕਿੰਨੇ ਮਸਤ ਹਾਂ, ਅਸੀਂ ਨੱਚਦੇ ਹਾਂ, ਅਸੀਂ ਭੁੜਕਦੇ। ਨੌਜਵਾਨ ਜ਼ਿਆਦਾਤਰ ਪਤਾ ਲੱਗ ਜਾਂਦਾ ਹੈ ਆਦਮੀ ਨੂੰ ਵੀ ਅੰਦਰ ਤੇ ਬੇਚੈਨੀ ਹੈ। ਅਤੇ ਤੁਸੀਂ ਦਿਖਾਵਾ ਕਰਦੇ, ਸੰਸਾਰੀ ਆਦਮੀ ਦਿਖਾਵਾ ਕਰਦਾ ਹੈ, ਖੁਸ਼ ਹੋਣ ਦਾ ਦਿਖਾਵਾ। ਅਤੇ ਜ਼ਿਆਦਾ ਧਨੀ ਮਾਨੀ ਆਦਮੀ ਜ਼ਿਆਦਾ ਕਰਦਾ ਹੈ ਵੀ ਮੈਂ ਜੇ ਨਾ ਖੁਸ਼ੀ ਦਾ ਦਿਖਾਵਾ ਕੀਤਾ ਤਾਂ ਲੋਕ ਕੀ ਕਹਿਣਗੇ, ਬੇਵਕੂਫ ਹੈ, ਇੰਨੀ ਧਨ ਸੰਪੱਤੀ ਹੋ ਕੇ ਵੀ ਦੁਖੀ। ਤਾਂ ਉਹ ਜ਼ਿਆਦਾ ਦਿਖਾਵਾ ਕਰਦਾ। ਤੁਸੀਂ ਦੇਖਿਆ ਹੀ ਹੈ ਨਾ ਵੀ ਕੈਮਰਾ ਤੁਹਾਡੇ ਸਾਹਮਣੇ ਆ ਜਾਵੇ ਅਤੇ ਤੁਸੀਂ ਇੱਕਦਮ ਹੱਸਣ ਲੱਗ ਜਾਂਦੇ, ਖੁਸ਼ ਹੋਣ ਲੱਗ ਜਾਂਦੇ।
ਕਿੱਥੋਂ ਆ ਗਈ ਹਾਸੀ? ਕੈਮਰੇ ਨੂੰ ਦੇਖ ਕੇ ਹੀ ਆਦਮੀ ਖੁਸ਼ ਹੋ ਜਾਂਦਾ। ਰਾਜਨੀਤਿਕ ਬੜੇ ਖੁਸ਼ ਹੋਣਗੇ, ਅੰਦਰੋਂ ਥੋੜ੍ਹੀ ਹੁੰਦੇ ਹਨ। ਅਤੇ ਹਰ ਇੱਕ ਆਦਮੀ ਰਾਜਨੀਤਿਕ ਹੈ, ਕਲਾਕਾਰ ਹੈ, ਅਤੇ ਬਾਹਰੋਂ ਖੁਸ਼ੀ ਦਿਖਾਉਂਦੇ ਹਨ ਲੋਕ, ਹੈ ਨਹੀਂ। ਜਿਹੜਾ ਜਾਣਦਾ ਹੈ ਉਹਨੂੰ ਪਤਾ ਹੈ ਕਿ ਜਿੰਨਾ ਚਿਰ ਸੰਸਾਰ ਨਾਲ ਜੁੜਿਆ ਹੈ ਕੋਈ ਵਾਸਤਵਿਕ ਖੁਸ਼ੀ ਨਹੀਂ ਮਿਲਦੀ। ਲਿਖਿਆ ਵੀ ਹੈ ਨਾ, ਸੁੱਖ ਨਾਹੀਂ ਬਹੁਤ ਦੇਸ ਕਮਾਏ, ਸੁੱਖ ਨਾਹੀਂ ਬਹੁਤ ਧਨ ਕਮਾਏ। ਧਨ ਖਾਟੇ ਜਾਂ ਦੇਸ ਕਮਾਏ, ਕੁਛ ਵੀ ਕਰੇ ਸੁੱਖ ਥੋੜ੍ਹੀ। ਸਰਬ ਸੁਖਾ ਹਰ ਹਰ ਗੁਣ ਗਾਏ, ਜੋ ਸੁਖ ਕੋ ਚਾਹੇ ਸਦਾ ਸਰਣ ਰਾਮ ਕੀ ਲੇ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਹੈ ਨਾ। ਤੇ ਉਹਨਾਂ ਨੇ ਸ਼ਰਨ ਰਾਮ ਦੀ ਲਈ ਅਤੇ ਉਹ ਸੁਖੀ ਨਹੀਂ ਸਨ। ਤੁਸੀਂ ਕੀ ਸੋਚਦੇ ਹੋ? ਉਹ ਐਵੇਂ ਕਹਿ ਰਹੇ ਹਨ? ਨਹੀਂ, ਉਹ ਸੁੱਖ ਦੇ ਵਿੱਚ ਬੈਠ ਕੇ, ਆਨੰਦ ਦੇ ਵਿੱਚ ਬੈਠ ਕੇ ਕਹਿ ਰਹੇ ਹਨ ਵੀ ਅਸੀਂ ਸ਼ਰਨ ਉਹਦੀ ਲੈ ਲਈ ਹੈ, ਅਸੀਂ ਆਨੰਦਿਤ ਹਾਂ, ਖੁਸ਼ ਹਾਂ, ਸੁਖੀ ਹਾਂ, ਤੁਸੀਂ ਵੀ ਆਏ। ਅਤੇ ਸ਼ਰਨ ਸੰਸਾਰ ਦੀ ਜਿਹਨੇ ਲਈ ਹੋਈ ਹੈ ਉਹ ਸੁਖੀ ਵੀ ਨਹੀਂ ਹੋ ਸਕਦਾ ਹੈ, ਖੁਸ਼ ਤੇ ਕਿੱਥੋਂ ਹੋਊਗਾ? ਅਤੇ ਆਨੰਦ ਤੇ ਬਹੁਤ ਦੂਰ ਦੀ ਗੱਲ ਹੈ। ਅਤੇ ਖਿਆਲ ਵਿੱਚ ਰੱਖੋ, ਅਗਰ ਵਾਸਤਵਿਕ ਦੇ ਵਿੱਚ ਤੁਸੀਂ ਲਾਹਾ ਲੈਣਾ ਹੈ ਨਾ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਅਤੇ ਫਿਰ ਦ੍ਰਿਸ਼ਟੀ ਨੂੰ ਹਟਾਓ ਪਿੱਛੇ ਤੋਂ, ਸਾਰੇ ਪਾਸੇ ਤੋਂ ਧਿਆਨ। ਹੁਣ ਤੁਸੀਂ ਵਰਤਮਾਨ 'ਚ ਆਓਗੇ ਮੇਰੇ ਕੋਲ, ਮੈਂ ਹੁਣ ਬੋਲ ਰਿਹਾ ਹਾਂ, ਹੁਣ ਤੁਹਾਨੂੰ ਸਮਝਾ ਰਿਹਾ, ਹੁਣ ਕਹਿ ਰਿਹਾ ਹਾਂ, ਤੁਸੀਂ ਆ ਜਾਓ ਅੰਦਰ ਮੇਰੇ ਕੋਲ, ਮੈਂ ਅੰਦਰੋਂ ਆਵਾਜ਼ ਦੇ ਰਿਹਾ ਹਾਂ ਤੁਹਾਨੂੰ। ਹੁਣ ਤੁਸੀਂ ਹੁਣ ਵਰਤਮਾਨ 'ਚ ਹੋਵੋਗੇ ਮੇਰੇ ਨਾਲ, ਅਤੇ ਤਾਂ ਹੀ ਤੁਸੀਂ ਜੁੜੋਗੇ ਨਾ, ਤਾਂ ਹੀ ਤੁਸੀਂ ਜਾਣੋਗੇ ਨਾ। ਜਿਵੇਂ ਇਹ ਪਹਿਲੇ ਗਰੁੱਪ ਦੇ ਵਿੱਚ ਗੁਰਮੁਖ ਪਿਆਰੇ ਨੇ ਬੜਾ ਹੀ ਪਿਆਰਾ ਸ਼ਬਦ ਲਿਖਿਆ ਹੋਇਆ ਹੈ। ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਉਹ ਏਕ ਨਾਮ ਅੰਮ੍ਰਿਤ ਉਹ ਦੇਵੇ, ਉਹ ਤੇ ਦੇਣ ਨੂੰ ਤਿਆਰ ਹੈ ਅੰਮ੍ਰਿਤ ਨਾਮ। ਮਿਲ ਪੀਵਹੁ ਭਾਈ। ਪਰ ਲਵੇਗਾ ਉਹ ਹੀ ਜਿਹੜਾ ਉਹਦੇ ਸਨਮੁਖ ਹੋਵੇਗਾ। ਜਿਨ ਮਨ ਹੋਰ ਥੇ ਮੁਖ ਹੋਰ, ਤੇ ਕਾਂਢੇ ਕੱਚੀਆਂ। ਹੁਣ ਜਿਹਦਾ ਮੁੱਖ ਹੋਰ ਪਾਸੇ ਨੂੰ ਹੋ, ਪਿਛਲੇ ਪਾਸੇ ਨੂੰ ਹੋਵੇ, ਪਰੇ ਨੂੰ ਹੋਵੇ, ਜਿਹੜਾ ਕੋਲ ਹੋਵੇ ਹੀ ਨਾ, ਕੋਲ ਬੈਠਾ ਹੀ ਨਾ ਹੋਵੇ, ਮੁੱਖ ਦੂਸਰੇ ਪਾਸੇ ਨੂੰ ਹੋਵੇ, ਤਾਂ ਉਹਦਾ ਜੋੜ ਬਣਦਾ ਹੀ ਨਹੀਂ। ਦਿਲੋਂ ਮੁਹੱਬਤ ਜਿਨ ਸੇ ਸੱਚੀਆਂ। ਮੁਹੱਬਤ ਦਿਲੋਂ ਜਿਨ੍ਹਾਂ ਦੇ ਹੁੰਦੀ ਹੈ ਨਾ, ਵਾਸਤਵਿਕ ਦੇ ਵਿੱਚ ਉਹ ਸੱਚ ਦੇ ਨਾਲ ਜੁੜਦੇ ਹਨ। ਸੱਚ ਦੇ ਨਾਲ ਜੁੜਨ ਵਾਸਤੇ ਦਿਲੋਂ ਮੁਹੱਬਤ, ਅਤੇ ਮੁੱਖ ਫਿਰ ਉਹਦੇ ਵੱਲ ਹੋ ਜਾਂਦਾ ਹੈ ਜੇ ਦਿਲੋਂ ਮੁਹੱਬਤ ਹੋਵੇ। ਅਤੇ ਜਿਹਦੇ ਵੱਲ ਨੂੰ ਮੁੱਖ ਹੁੰਦਾ ਹੈ ਨਾ, ਉਹਦੇ ਕੋਲ ਆਦਮੀ ਬੈਠਦਾ ਹੈ। ਹੁਣ ਬੈਠਾ ਵੀ ਹੋਵੇ ਅਤੇ ਮੁੱਖ ਦੂਸਰੇ ਪਾਸੇ ਨੂੰ ਹੋਵੇ, ਭਾਵ ਕਿ ਪ੍ਰੇਮ ਹੋਵੇ ਹੀ ਨਾ, ਸ਼ਰਧਾ ਹੋਵੇ ਹੀ ਨਾ, ਬੈਠਾ ਕੋਲ ਹੋਵੇ, ਤਾਂ ਪਾ ਥੋੜ੍ਹੀ ਸਕਦਾ। ਐਸੇ ਨਹੀਂ ਪਾ ਸਕੇ, ਉਹਨਾਂ ਕੋਲ ਵੀ ਨਹੀਂ ਪਾ ਸਕੇ। ਪ੍ਰਿਥੀ ਚੰਦ ਵਰਗੇ ਜਿਨ੍ਹਾਂ ਦਾ ਮੁੱਖ ਦੂਸਰੇ ਪਾਸੇ ਨੂੰ ਸੀ, ਈਰਖਾ ਕਰਦੇ ਸੀ, ਪ੍ਰੇਮੀਆਂ ਨੇ ਪਾ ਲਿਆ। ਅਤੇ ਪ੍ਰੇਮੀ ਬੈਠਦੇ ਹਨ ਕੋਲ, ਉਹਨਾਂ ਨੂੰ ਕਿਹਾ ਜਾਂਦਾ ਹੈ ਥਿਰ ਘਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਵੀ ਤੁਸੀਂ ਬੈਠੋ, ਆਓ ਕੋਲ, ਵੀ ਸਤਿਗੁਰ ਤੁਮਰੇ ਕਾਜ ਸਵਾਰੇ। ਐਸਾ ਨਹੀਂ ਹੈ ਪਰ ਸਤਿਗੁਰ ਦੁਨਿਆਵੀ ਕਾਰਜ ਸਵਾਰਦਾ ਹੈ। ਇੱਥੇ ਵੀ ਅਰਥ ਗਲਤ ਕਰਦੇ ਹਨ ਲੋਕ, ਵੀ ਦੁਨਿਆਵੀ ਕਾਰਜ ਸਵਾਰਦਾ ਹੈ। ਇਹ ਪੜ੍ਹਦੇ ਵੀ ਹਨ
ਜਿਨ੍ਹਾਂ ਦੇ ਕਾਰਜ ਨਹੀਂ ਸਵਰਦੇ ਹਨ ਵੀ ਸਤਿਗੁਰੂ ਸਵਾਰੂਗਾ। ਨਹੀਂ, ਇਹ ਵਾਸਤਵਿਕ ਕਾਰਜ ਦੀ ਗੱਲ ਹੈ। ਫਿਰ ਤੁਹਾਨੂੰ ਨਹੀਂ ਸਵਾਰਨਾ ਪੈਂਦਾ ਹੈ। ਭਾਵ ਕਿ ਇਹ ਹੈ ਵੀ ਜੋ ਤੁਸੀਂ ਕਰਨਾ ਸੀ ਨਾ ਪ੍ਰਮਾਤਮਾ ਨੂੰ ਪਾਉਣ ਵਾਸਤੇ ਕਾਰਜ, ਉਹ ਤੁਹਾਨੂੰ ਨਹੀਂ ਕਰਨਾ ਪਵੇਗਾ। ਉਹ ਫਿਰ ਸਤਿਗੁਰੂ ਜੀ ਕਾਰਜ ਕਰਦੇ ਹਨ। ਉਹ ਫਿਰ ਜਿਵੇਂ ਵਿਚੋਲਾ ਫੜਾ ਦਿੰਦਾ ਹੈ ਨਾ ਪੱਲੂ, ਇੱਦਾਂ ਉਹ ਵਿਚੋਲਾ ਬਣ ਕੇ ਤੁਹਾਡਾ ਕਾਰਜ, ਤੁਹਾਡਾ ਵਿਵਾਹ, ਤੁਹਾਡਾ ਆਨੰਦ ਉਹਦੇ ਨਾਲ ਕਰਵਾ ਦਿੰਦੇ। ਤੁਹਾਡਾ ਕਾਰਜ ਸਤਿਗੁਰੂ ਸਵਾਰ ਦਿੰਦਾ ਹੈ। ਅਰਥ ਇਹ ਹੈ ਪਰਮਾਤਮਾ ਦੇ ਨਾਲ ਜੋੜ ਦਿੰਦਾ। ਪਰ ਥਿਰ ਕਰ ਬੈਸੋ, ਜੇ ਉਹਦੇ ਕੋਲ ਬੈਠੋਗੇ ਤਾਂ ਅੰਦਰੋਂ ਹਿਰਦੇ ਦੁਆਰ ਦਿਲੋਂ ਮੁਹੱਬਤ, ਜਿਨ ਸਹੀ ਸੱਚੀਆਂ ਉਹ ਸੱਚ ਦੇ ਨਾਲ ਜੁੜਦੇ ਹਨ, ਉਹ ਬੈਠਦੇ ਹਨ। ਉਹਨਾਂ ਨੂੰ ਫਿਰ ਸਮਝ ਵਿੱਚ ਆਉਂਦੀ ਹੈ ਗੱਲ। ਅਤੇ ਜਿਹੜੇ ਕਿਤੇ ਪਿੱਛੇ ਜੁੜੇ ਹੋਏ ਹਨ, ਕੋਈ ਵਿਚਾਰਾਂ ਦੇ ਵਿੱਚ ਪਏ ਹੋਏ ਹਨ, ਇਤਿਹਾਸ ਸੋਚੀ ਜਾਂਦੇ, ਉਹ ਤਾਂ ਦੂਰ ਹਨ ਨਾ। ਹੁਣ ਵਾਸਤਵਿਕ ਦੇ ਵਿੱਚ ਜਾਗਰਤ ਪੁਰਖ ਸਦਾ ਹੀ ਮੌਜੂਦ ਹੁੰਦਾ ਹੈ ਵਰਤਮਾਨ ਦੇ ਵਿੱਚ। ਤੁਹਾਨੂੰ ਤੁਸੀਂ ਵਰਤਮਾਨ ਦੇ ਵਿੱਚ ਜਿੱਥੇ ਹੋਵੇ ਉੱਥੇ ਜਾ ਕੇ ਮਿਲ ਸਕਦੇ ਹੋ। ਹੁਣ ਜਿਹੜਾ ਜੁੜਿਆ ਹੀ ਹੋਇਆ ਕੂੜ ਦੇ ਵਿੱਚ, ਪਿੱਛੇ ਜੁੜਿਆ ਹੋਇਆ ਹੈ, ਫਿਰ ਕੂੜ ਕੁੜਿਆਈ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ। ਜਿਨ੍ਹਾਂ ਦੀ ਕੂੜ ਤੇ ਬਿਰਤੀ ਹੈ, ਕੂੜੀ ਬਿਰਤੀ ਹੈ, ਝੂਠ ਦੀ ਵਿਚਾਰ ਕਰ ਰਹੇ ਹਨ, ਝੂਠ ਦੇ ਨਾਲ ਜੁੜੇ ਹੋਏ ਹਨ, ਝੂਠ ਹੀ ਚੰਗਾ ਲੱਗਦਾ, ਉਹ ਤਾਂ ਝੂਠ ਦੇ ਨਾਲ ਹੀ ਜੁੜਨਗੇ। ਕੁੜਿਆਰੀ ਮਾਇਆ ਦੇ ਨਾਲ ਹੀ ਜੁੜਨਗੇ। ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ, ਜਿਹੜੇ ਸੱਚ ਦੇ ਯਾਰ ਹਨ। ਅਤੇ ਸੱਚ ਦੇ ਯਾਰ ਉਹ ਹੀ ਹਨ ਜਿਹੜੇ ਇਸ ਵਕਤ ਸੱਚ ਦੇ ਨਾਲ, ਸੱਚ ਹਮੇਸ਼ਾ ਹੀ ਹੋਣਾ ਹੈ, ਸ਼ਾਸ਼ਵਤ ਹੈ, ਸੱਚ ਮੌਜੂਦ